गुड मॉर्निंग स्टूडेंट्स। अज असी स्टार्ट कर लगे 10th क्लास का फस्ट चैप्टर दे विच असी एक्सरसाइज 1.1 का इंट्रोडक्शन पार्ट करांगे ते नाले एक्सरसाइज सॉल्व करांगे। हुण साडे चैप्टर का नाम की है रियल नंबर। रियल नंबर किहड़े नंबर हुंदे आ? पहला भी असी इंट्रोडक्शन पार्ट च कीता सी 9th क्लास दे विच सारे नंबर्स बारे पढ़िया सीगा। रियल नंबर किहड़े हुंदे आ? द कलैक्शन of all rational and irrational number is called ਆਪਾਂ ਕੀ ਬੁਲਾਉਂਦੇ ਨਾ ਸਾਰਿਆਂ ਨੂੰ ਇਹ ਸਾਰੇ ਨੰਬਰ ਮਿਲ ਕੇ ਕਿਹੜਾ ਨੰਬਰ ਬਣਾਉਂਦੇ ਨੇ? ਰੀਅਲ ਨੰਬਰ। ਹੁਣ ਅੱਗੇ ਗੱਲ ਆ ਗਈ ਜੀ ਵੀ ਰੈਸ਼ਨਲ ਤੇ ਇਰੈਸ਼ਨਲ ਨੰਬਰ ਕਿਹੜੇ ਹੁੰਦੇ ਨੇ। ਆਪਾਂ ਪਹਿਲਾਂ ਇਹਨਾਂ ਬਾਰੇ ਸਾਰਾ ਪੜਿਆ ਸੀਗਾ। ਹੁਣ ਆਪਾਂ ਇੱਕ ਡਾਇਗਰਾਮ ਦੇ ਥਰੂ ਇਹਨਾਂ ਸਾਰੇ ਨੰਬਰਸ ਬਾਰੇ ਗੱਲ ਕਰਦੇ ਹਾਂ। ਹੁਣ ਦੇਖੋ ਸਭ ਤੋਂ ਪਹਿਲਾਂ ਜਿਹੜੇ ਨੰਬਰਾਂ ਦੀ ਅਸੀਂ ਕਾਊਂਟਿੰਗ ਕਰਦੇ ਹਾਂ, ਕਾਊਂਟਿੰਗ ਨੰਬਰ ਕਿਹੜੇ ਹੁੰਦੇ ਨੇ? ਆਪਾਂ ਕਾਊਂਟਿੰਗ ਕਿੱਥੋਂ ਸਟਾਰਟ ਕਰਦੇ ਹਾਂ? 1 2 3 4 ਮੀਨਸ ਜਿਹੜੇ ਨੰਬਰ 1 ਤੋਂ ਸਟਾਰਟ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਨੈਚੁਰਲ ਨੰਬਰ। ਇਹਨਾਂ ਨੂੰ ਅਸੀਂ n ਨਾਲ ਡਿਨੋਟ ਕਰਦੇ ਹਾਂ। ਕਿਹੜੇ ਨੰਬਰ ਹੁੰਦੇ ਆ ਇਹ? 1 2 ਅਪ ਟੂ ਇਨਫਿਨਿਟੀ ਤੱਕ। ਠੀਕ ਹੈ ਜੀ। ਹੁਣ ਨੈਚੁਰਲ ਨੰਬਰ ਦੇ ਵਿੱਚ ਸਭ ਤੋਂ ਗ੍ਰੇਟਰ ਨੰਬਰ ਇਨਫਿਨਿਟੀ ਹੁੰਦਾ ਤੇ ਸਭ ਤੋਂ ਲੋਐਸਟ ਨੰਬਰ ਹੁੰਦਾ ਜਿਹੜਾ ਉਹ 1 ਹੁੰਦਾ। ਹੁਣ ਜੇ ਅਸੀਂ ਇਹਨਾਂ ਨੈਚੁਰਲ ਨੰਬਰ ਦੇ ਵਿੱਚ 0 ਨੂੰ ਇਨਕਲੂਡ ਕਰ ਦਈਏ, ਇਹਨਾਂ ਨੈਚੁਰਲ ਦੇ ਨੰਬਰ ਦੇ ਵਿੱਚ 0 ਵੀ ਆ ਜਾਏ, 0 1 2 3, ਤਾਂ ਇਹ ਕਿਹੜੇ ਨੰਬਰ ਬਣ ਜਾਂਦੇ ਨੇ? ਇਹ ਨੰਬਰ ਵੀ ਚੱਲਦੇ ਨੇ ਇਨਫਿਨਿਟੀ ਤੱਕ। ਤਾਂ ਇਹ ਸਾਰੇ ਨੰਬਰ ਕਿਹੜੇ ਹੋ ਜਾਂਦੇ ਨੇ? ਹੋਲ ਨੰਬਰਸ ਨੂੰ ਅਸੀਂ ਕਿਹਦੇ ਨਾਲ ਡਿਨੋਟ ਕਰਦੇ ਹਾਂ? W ਨਾਲ। ਨੈਚੁਰਲ ਨੰਬਰ ਦੇ ਵਿੱਚ ਅਸੀਂ 0 ਪਲੱਸ ਕਰ ਦਿੱਤਾ, ਉਹ ਕਿਹੜੇ ਨੰਬਰ ਬਣ ਜਾਣਗੇ? ਹੋਲ ਨੰਬਰ। ਇਸ ਤੋਂ ਬਾਅਦ ਜੇ ਅਸੀਂ ਇਹਨਾਂ ਨੰਬਰਸ ਦੇ ਵਿੱਚ ਨੈਗੇਟਿਵ ਨੰਬਰ ਵੀ ਐਡ ਕਰ ਦਈਏ, ਨੈਗੇਟਿਵ ਨੰਬਰ ਜਿਵੇਂ -2 -1 0 1 2 3, ਤਾਂ ਇਹ ਕਿਹੜੇ ਨੰਬਰ ਬਣ ਜਾਂਦੇ ਆ? ਇੰਟੀਜਰ ਨੰਬਰ। ਠੀਕ ਹੈ ਜੀ। ਇਹਨਾਂ ਨੰਬਰਸ ਨੂੰ ਅਸੀਂ ਡਿਨੋਟ ਕਰਦੇ ਹਾਂ Z ਨਾਲ। ਨੈਚੁਰਲ ਨੰਬਰ ਦੇ ਵਿੱਚ ਅਸੀਂ 0 ਪਲੱਸ ਕਰਾਂਗੇ ਤਾਂ ਉਹ ਕੀ ਆ ਜਾਊਗਾ? ਹੋਲ ਨੰਬਰ ਦੇ ਵਿੱਚ ਅਸੀਂ ਨੈਗੇਟਿਵ ਨੰਬਰ ਵੀ ਐਡ ਕਰ ਦਈਏ ਤਾਂ ਉਹ ਸਾਡੇ ਕਿਹੜੇ ਬਣ ਜਾਣਗੇ? ਇੰਟੀਜਰ ਨੰਬਰ। ਹੁਣ ਜੇ ਇਹਨਾਂ ਨੰਬਰਸ ਦੇ ਵਿੱਚ ਅਸੀਂ ਫ੍ਰੈਕਸ਼ਨ ਨੰਬਰ ਐਡ ਕਰ ਦਈਏ, ਠੀਕ ਹੈ ਜੀ। ਫ੍ਰੈਕਸ਼ਨ ਨੰਬਰ ਕਿਹੜੇ ਹੋ ਗਏ? ਜਿਵੇਂ 2/5 ਹੋ ਗਿਆ, 5/10 ਹੋ ਗਿਆ। ਇਹ ਸਾਰੇ ਨੰਬਰ ਆਪਾਂ ਐਡ ਕਰ ਦਈਏ ਵਿਦ ਕਿਹੜੇ? ਆਪਣੇ ਇੰਟੀਜਰ ਨੰਬਰ। ਤਾਂ ਇਹ ਸਾਰੇ ਨੰਬਰ ਕਿਹੜੇ ਬਣ ਜਾਂਦੇ ਨੇ? ਰੈਸ਼ਨਲ ਨੰਬਰ। ਠੀਕ ਹੈ ਜੀ। ਰੈਸ਼ਨਲ ਨੰਬਰ ਇਹ ਕੀ ਹੈਗੀ? ਇੱਕ ਫੈਮਿਲੀ ਦੇ ਨੰਬਰਸ ਦੀ ਡਾਇਗਰਾਮ ਦੇ ਥਰੂ ਤੁਹਾਨੂੰ ਜਲਦੀ ਸਮਝ ਆਊਗਾ। ਇਸ ਤੋਂ ਇਲਾਵਾ ਆਪਣੇ ਕਿਹੜੇ ਰਹਿ ਗਏ? ਇਰੈਸ਼ਨਲ ਨੰਬਰ। ਇਹ ਕਿਹੜੇ ਨੰਬਰ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ P/Q ਦੀ ਫਾਰਮ ਵਿੱਚ ਨਹੀਂ ਲਿਖ ਸਕਦੇ, ਮੀਨਸ ਫ੍ਰੈਕਸ਼ਨ ਦੇ ਵਿੱਚ ਅਸੀਂ ਨਹੀਂ ਲਿਖ ਸਕਦੇ। ਠੀਕ ਹੈ ਜੀ। ਇਰੈਸ਼ਨਲ ਨੰਬਰ ਨੂੰ ਛੱਡ ਕੇ ਜਿਹੜੇ ਨੰਬਰ ਹੋਣਗੇ ਉਹ ਕਿਹੜੇ ਹੋਣਗੇ? ਸਾਡੇ ਇਰੈਸ਼ਨਲ ਨੰਬਰ। ਜਿਵੇਂ ਕਿ ਹੋ ਗਿਆ √2 √3 √5। ਇਹਨਾਂ ਨੂੰ ਅਸੀਂ ਫ੍ਰੈਕਸ਼ਨ ਦੇ ਵਿੱਚ ਨਹੀਂ ਲਿਖ ਸਕਦੇ, ਤਾਂ ਇਹ ਸਾਰੇ ਨੰਬਰ ਜਿਹੜੇ ਹੋ ਗਏ ਸਾਡੇ ਇਰੈਸ਼ਨਲ ਨੰਬਰ। ਠੀਕ ਹੈ ਜੀ। ਹੁਣ ਅਸੀਂ ਆਪਣੀ ਅਗਲੀ ਥਿਊਰਮ ਦੀ ਗੱਲ ਕਰਦੇ ਹਾਂ। हाँ जी स्टूडेंट्स, अगे साडी थ्योरम है इक्लिड्स डिवीजन लेमा। इक्लिड डिवीजन लेमा इसका मतलब क्या है? इक्लिड एक जिहड़ा हैगा जिन्हें ज्योमेट्री की खोज की सीगी। ठीक है जी। ये किसी दा नाम है अपने साइंटिस्ट का। तो इक्लिड है जिहड़ा उन्हें की सी ज्योमेट्री की खोज की सी। हुण आपां इहदे बारे गल करदे आ थ्योरम दे। इहनूं लिखण दी जनरल फॉर्म की है? A = BQ + R। ਹੁਣ ਇੱਥੇ A ਦਾ ਕੀ ਮਤਲਬ ਹੈ, B ਦਾ ਕੀ ਮਤਲਬ ਹੈ, Q ਦਾ ਕੀ ਮਤਲਬ ਹੈ, R ਦਾ ਕੀ ਮਤਲਬ ਹੈ, ਇਹਨੂੰ ਆਪਾਂ ਅੱਗੇ ਦੇਖਦੇ ਹਾਂ। ਦੇਖੋ ਜਿਹੜਾ ਸਾਡਾ ਲੈਮਾ ਉਹਦੀ ਜਿਹੜੀ ਡੈਫੀਨੇਸ਼ਨ ਆ ਉਹ ਕੀ ਆ? ਲੈਮਾ ਇਜ਼ ਅ ਪੋਜ਼ਿਟਿਵ ਇੰਟੀਜਰਸ। ਲੈਮਾ ਕੀ ਆ? ਲੈਮਾ ਦੇ ਵਿੱਚ ਦੋ ਪੋਜ਼ਿਟਿਵ ਇੰਟੀਜਰ ਨੇ ਕਿਹੜੇ? A ਐਂਡ B, ਜਿਹੜੇ ਸਾਨੂੰ ਗਿਵਨ ਹੁੰਦੇ ਆ। ਠੀਕ ਹੈ। ਲੈਮਾ ਦੇ ਵਿੱਚ ਦੋ ਪੋਜ਼ਿਟਿਵ ਇੰਟੀਜਰ ਹੁੰਦੇ ਆ A ਐਂਡ B, ਇਹ ਸਾਨੂੰ ਪਹਿਲਾਂ ਹੀ ਗਿਵਨ ਹੁੰਦੇ ਆ। देयर एग्जिस्ट यूनिक इंटीजर्स Q एंड R सैटिस्फाइंग। ਜਦੋਂ ਅਸੀਂ ਇਹਨੂੰ ਸੋਲਵ ਕਰਦੇ ਹਾਂ ਤਾਂ ਇਹਦੇ ਵਿੱਚ ਦੋ ਹੋਰ ਨਵੇਂ ਇੰਟੀਜਰਸ ਜਿਹੜੇ ਨੇਗੇ ਉਹ ਸੈਟੀਸਫਾਈ ਕਰਦੇ ਨੇ। ਕਿਹੜੇ? Q ਐਂਡ R। ਤੇ ਜਿਹੜੇ Q ਤੇ R ਹੁੰਦਾ ਉਹ ਹਮੇਸ਼ਾ ਕੀ ਹੁੰਦੇ ਨੇ? ਅਲੱਗ-ਅਲੱਗ ਹੁੰਦੇ ਨੇ।
ठीक है जी। हुण इस फॉर्म का की मतलब है जिहड़ी मैं लिखी है इन्हें मैं नीचे समझाया हुआ। देखो ए का मतलब हुंदा है डिविडेंड, बी का मतलब हुंदा है डिवाइजर, क्यू का मतलब कोशेंट एंड प्लस आर का मतलब की है रिमाइंडर। देखो जिवें असीं डिवीजन नहीं करते हुंदे, डिवीजन के अकॉर्डिंग देखो की हुंदा गा, इत्थे साडा हुंदा डिविडेंड, डिविडेंड, ठीक है जी। फिर आपां जिहदे नाल डिवाइड करदे आ उहनूं असीं की कहने आ डिवीजर, ठीक है। फिर जिन्ना साडा डिवाइड करके आउंदा है उहनूं असीं की कहने आ कोशेंट, ठीक है जी। इस तो बाद सॉल्व करने तो बाद जिन्ना भी साडा रिमाइंडर बचदा है उहनूं आपां इत्थे लिखदे हां। इस लैमा के अकॉर्डिंग जदों असीं डिवीजर नूं कोशेंट नाल मल्टीप्लाई करके रिमाइंडर उहदे विच प्लस करदे हां तां साडा आंसर है जिहड़ा हमेशा ओह किहदे इक्वल आउंदा गा डिविडेंड दे, ठीक है जी। हुण इत्थे डिवीजन नूं कोशेंट नाल मल्टीप्लाई करांगे, कोशेंट करके जिन्ना साडा रिमाइंडर आऊगा उहनूं असीं की करांगे प्लस करांगे ते किहदे इक्वल आऊगा साडा आंसर डिविडेंड दे। जिवें हुण इहदे अकॉर्डिंग ही लै लईए ए साडा हैगा डिवाइजर, ठीक है जी, सॉरी डिविडेंड ते बी हैगा साडा डिवाइजर ते क्यू हैगा कोशेंट ते इहनूं डिवाइड करके साडा रिमाइंडर की बचा आर नूं यही सारा साडा की है इक्वलिड्स लैमा। हुण इहदे अकॉर्डिंग ही असीं आपां एक्सरसाइज 1.1 दे जिहड़े हैगे सम सॉल्व करांगे, ठीक है जी। आई थिंक तुहानूं सारिआं नूं इह समझ लग गया होगा। हाँ जी स्टूडेंट्स, हुण असीं देखदे हां साडा फर्स्ट क्वेश्चन दे विच की है देखो, यूज इक्वलिड्स डिवीजन एल्गोरिथम टू फाइंड द HCF। असीं की करना है इक्वलिड डिवीजन एल्गोरिथम नूं यूज करके जिहड़े साडे कोले गिवन नंबर ने उन्हां दा की फाइंड आउट करना है HCF, ठीक है जी। हुण अपने कोले की सीगा एल्गोरिथम दे अकॉर्डिंग सॉल्यूशन स्टार्ट करते हैं फर्स्ट क्वेश्चन दा। एल्गोरिथम दे अकॉर्डिंग जिहड़ा साडा सीगा सॉल्यूशन आपां बनाया सी A = BQ + R, ठीक है जी। हुण इत्थे सब तो पहला अपने कोले दो नंबर ने A ते B 135 एंड 225। हुण इहनूं करन दे रूल की ने, सब तो पहला असीं की करदे हुंदे आ इन्हां दे विचों नंबर चैक करदे हुंदे आ किहड़ा नंबर ग्रेटर है। जिहड़े दो नंबर दिते हुए ने उन्हां चों किहड़ा नंबर ग्रेटर है, साडा A नंबर ग्रेटर होना चाहिए B नाल, ठीक है जी। इस तो बाद असीं इहदे ते अपना फार्मूला अप्लाई करदे हां BQ + R, ठीक है। हुण चलो देखदे हां इहदे अकॉर्डिंग। हुण अपने कोले इहदे विच की है सब तो ग्रेटर नंबर है जिहड़ा 225 है, किहदे नालों ग्रेटर है 135 नाल। हुण इन्हां दी डिवीजन करके देखदे हां, डिवीजन करके साडा आंसर की आउंदा ते इहनूं किवें लिखना गा फिर वो चेक करांगे 135 225। देखो सब तो पहला 1 ते जाऊगा 225 इत्थे आऊगा 135 माइनस करांगे 0, इन्हां नूं माइनस करांगे इत्थे की आऊगा साडे कोले 90, ठीक है जी। इस तो बाद की करना है आपां जिहड़ा साडा इधर डिवीजर होगा उस तो बाद साडा की बन जाऊगा डिविडेंड, ठीक है जी। हुण इत्थे आपां 135 लिखांगे 90 नाल करांगे फिर 1 ते जाऊगा कितना आ गया साडा 90। हुण 135 दे विचों 90 माइनस करांगे की रह गया साडे कोले 45। हुण साडा डिविडेंड की बन जाऊगा 90, ठीक है जी। 90 हुण 45 2 जा कितना हुंदा है 90, साडा रिमाइंडर की आ गया 0, ठीक है जी। हुण इहनूं लिखना किवें असीं A + B A = BQ + R दे अकॉर्डिंग। हुण सब तो पहला असीं इत्थे ग्रेटर नंबर चेक करिया सी, इस वाला आपां अपना ए वाला एल्गोरिथम बनावांगे। हुण देखो 225 डिविडेंड जिहड़ा आपां पहला फार्मूला कीता सी उहदे अकॉर्डिंग 225 = इन्हां दोनां दी मल्टीप्लाई 135 × 1 की प्लस कीता अपना रिमाइंडर कितना आया 90, ठीक है जी। हुण इस तो बाद साडा डिविडेंड की आ 135, ठीक है जी। 135 90 ਨੂੰ ਕਿਹਨਾਂ ਮਲਟੀਪਲਾਈ ਕੀਤੀ ਆ, ਜਿਹੜਾ ਸਾਡਾ ਡਿਵੀਜ਼ਨ ਸੀਗਾ ਉਹ 90 ਸੀ ਤੇ ਸਾਡਾ ਜਿਹੜਾ ਕੋਸ਼ੈਂਟ ਆਇਆ ਉਹ ਹੈਗਾ 1 ਪਲੱਸ ਰਿਮਾਈਂਡਰ ਕਿੰਨਾ ਬਚਿਆ ਸੀ 45, ਠੀਕ ਹੈ। ਇਸ ਤੋਂ ਬਾਅਦ ਆਪਾਂ ਕੀ ਸੋਲਵ ਕੀਤਾ ਹੈ 90 ਨੂੰ, ਮੀਨਸ ਸਾਡਾ ਜਿਹੜਾ ਡਿਵੀਡੈਂਡ ਉਹ ਕੀ ਹੈ 90 ਤੇ ਜਿਹੜਾ ਸਾਡਾ ਹੈਗਾ ਡਿਵਾਈਜ਼ਰ 45 ਨੂੰ ਅਸੀਂ ਕਿੰਨੇ ਨਾਲ ਮਲਟੀਪਲਾਈ ਕੀਤੀ ਇੱਥੇ 2 ਨਾਲ ਮਲਟੀਪਲਾਈ 2 ਪਲੱਸ ਰਿਮਾਈਂਡਰ ਕਿੰਨਾ ਬਚਿਆ 0। जिथे जाके साडा रिमाइंडर 0 आ जाऊगा
ਉਹ ਸਾਡਾ ਜਿਹੜਾ ਡਿਵੀਡੈਂਟ ਹੋਊਗਾ ਸੌਰੀ ਡਿਵਾਈਜ਼ਰ ਹੋਊਗਾ ਉਹ ਸਾਡਾ ਕੀ ਹੋਊਗਾ ਦੋਨੋਂ ਨੰਬਰਸ ਦਾ HCF। ਤਾਂ ਸਾਡਾ HCF ਕੀ ਹੋਊਗਾ HCF of 135 and 225 is equal to कितना आ गया जी 45। ठीक है जी, ये साडा ਇਹਦਾ आंसर है। इस तो बाद ਅਸੀਂ अपना नेक्स्ट क्वेश्चन देखते हैं। देखो कि साडा नेक्स्ट सेकंड क्वेश्चन की है 196 and 38220। ठीक है जी, ਹੁਣ ਸਭ ਤੋਂ ਪਹਿਲਾਂ ਇਹਨਾਂ ਦੋਨੋਂ ਨੰਬਰਸ ਦੇ ਵਿੱਚੋਂ ਅਸੀਂ ਗ੍ਰੇਟਰ ਨੰਬਰ ਚੈੱਕ ਕਰਾਂਗੇ। ਤਾਂ ਸਾਡਾ ਗ੍ਰੇਟਰ ਨੰਬਰ ਕੀ ਹੈ 38220 ਗ੍ਰੇਟਰ 100 ਕਿਹਦੇ ਨਾਲੋਂ 96 ਨਾਲ। ਠੀਕ ਹੈ ਜੀ, ਹੁਣ ਸਾਨੂੰ ਕੀ ਪਤਾ ਲੱਗ ਗਿਆ ਜਿਹੜਾ ਸਾਡਾ ਗ੍ਰੇਟਰ ਨੰਬਰ ਹੁੰਦਾ ਉਹ ਸਾਡਾ ਕੀ ਹੁੰਦਾ ਡਿਵੀਡੈਂਟ। ਤਾਂ ਸਾਡਾ ਡਿਵੀਡੈਂਟ ਕੀ ਆ ਜਾਊਗਾ 38220 196 ਨਾਲ ਆਪਾਂ ਇਹਨੂੰ ਡਿਵਾਈਡ ਕਰਾਂਗੇ। देखो सब तो पहला कितने जाऊगा 1 ते 196 माइनस करांगे 6 इत्थे रह गया 7 7 दे विचों आपां 17 बनावांगे इत्थे 2 रह जाऊगा 17 दे विचों 9 माइनस करांगे की आऊगा साडे कोले 8 2 दे विचों 1 माइनस करांगे 1 ऊपर आपां की ले लांगे 2। ਹੁਣ 196 ਨੂੰ ਜੇ ਅਸੀਂ 9 ਤੇ ਮਲਟੀਪਲਾਈ ਕਰਕੇ ਦੇਖੀਏ ਕਿੰਨਾ ਆਉਂਦਾ 54 5 ਕੈਰੀ 81 81 plus 5 86 8 ਕੈਰੀ 9 9 plus 10 17। ठीक है जी, ਹੁਣ ਕਿੰਨੇ ਤੇ ਜਾਊਗਾ ਇਹ 9 ਤੇ 1764 ਇਹ ਆ ਗਿਆ। ਇਹਨੂੰ ਮਾਈਨਸ ਕਰਾਂਗੇ ਕਿੰਨਾ ਹੋਊਗਾ ਆਪਣਾ ਆਨਸਰ ਇੱਥੇ 12 ਦੇ ਵਿੱਚੋਂ 4 ਮਾਈਨਸ ਕਰਾਂਗੇ 8 15 रह गया इत्थे 7 रह जाऊगा 15 ਦੇ ਵਿੱਚੋਂ ਆਪਾਂ 6 ਮਾਈਨਸ ਕਰਾਂਗੇ ਕਿੰਨਾ ਰਹਿ ਗਿਆ ਆਪਣੇ ਕੋਲੇ 9 7 ਦੇ ਵਿੱਚੋਂ 7 ਮਾਈਨਸ ਕਰਾਂਗੇ ਕੀ ਆਏਗਾ 0। ਇਸ ਤੋਂ ਬਾਅਦ ਆਪਣਾ ਕੀ ਆ ਜਾਊਗਾ 0। ਠੀਕ ਹੈ ਜੀ, ਹੁਣ 196 5 ਜਾਂ ਕਿੰਨਾ ਹੁੰਦਾ 196 5 ਜਾਂ 980। ਤਾਂ ਸਾਡਾ ਰਿਮਾਈਂਡਰ पूरा डिवाइड हो गया, इत्थे 0 आ गया। जे इत्थे साडा रिमाइंडर कुछ बच जांदा तां असीं इहनूं की करदे 196 नाल फिर की करदे डिवाइड करदे। तां साडा ये की बन जांदा जिहड़ा हैगा सीगा डिविडेंड ते जिहड़ा भी रिमाइंडर हुंदा ਉਹ ਸਾਡਾ ਕੀ ਆ ਜਾਂਦਾ डिवाइजर। बट ਇਹਨੂੰ सॉल्व ਕਰਨ ਤੋਂ ਬਾਅਦ ਹੁਣ ਸਾਡਾ ਜਿਹੜਾ ਰਿਮਾइंडर ਆ ਉਹ ਕੀ ਆ ਗਿਆ 0 आ गया। इट मींस ਅਸੀਂ ਇਹਨੂੰ ਕੀ ਲਿਖਾਂਗੇ 196 3820 is equal to Euclid algorithm ਦੇ ਅਕੋਰਡਿੰਗ 196 ਨੂੰ ਕਿਹਨਾਂ ਮਲਟੀਪਲਾਈ ਕਰਾਂਗੇ ਅਸੀਂ 195 ਨਾਲ is ਇਹਦੇ ਵਿੱਚ ਕੀ ਪਲੱਸ ਕਰਾਂਗੇ 0 ਰਿਮਾਈਂਡਰ ਸਾਡਾ 0 ਹੈ। 196 ਨਾਲ ਡਿਵਾਈਡ ਕਰਕੇ ਸਾਡਾ ਰਿਮਾਈਂਡਰ 0 ਆ ਗਿਆ ਨਾ। ਇਟ ਮੀਨਸ ਇਹਨਾਂ ਦੋਨੋਂ ਨੰਬਰ ਦਾ HCF ਕੀ ਹੋਊਗਾ HCF of ਕਿਹਦਾ 38220 and 196 is equal to 196 ਜਿਹਦੇ ਨਾਲ ਪੂਰਾ ਡਿਵਾਈਡ ਹੋ ਗਿਆ ਉਹ ਸਾਡਾ ਕੀ ਆ ਗਿਆ HC। ਠੀਕ ਹੈ ਜੀ, ਨੈਕਸਟ ਸਮ ਤੁਸੀਂ ਖੁਦ ਸੋਲਵ ਕਰਕੇ ਦੇਖਿਓ। ਆਪਾਂ ਹੁਣ ਚੱਲਦੇ ਆ ਆਪਣੇ ਸੈਕੰਡ ਸਮ ਤੇ। ਠੀਕ ਹੈ ਜੀ, ਹਾਂਜੀ ਸਟੂਡੈਂਟ ਅੱਗੇ ਆਪਣਾ ਨੈਕਸਟ ਸੈਕੰਡ ਕੁਐਸਚਨ ਹੈ। ਸੈਕੰਡ ਕੁਐਸਚਨ ਦੇ ਵਿੱਚ ਲਿਖਿਆ show that any positive odd integers if the form of 6q plus 1 6q plus 3 or 6q plus 5 ਕਹਿੰਦੇ ਦੋ ਕੋਈ ਵੀ odd positive integer ਨੇ ਜਿਨ੍ਹਾਂ ਨੂੰ ਅਸੀਂ ਕੀ ਕਰਾਂਗੇ ਸੋਲਵ ਕਰਕੇ ਕੀ ਕਰਾਂਗੇ ਉਹ ਕਿਹੜੀ ਫਾਰਮ ਚ ਆਉਣਗੇ 6q plus 1 6q plus 3 और 6q plus 5 means कि ये odd form ਦੇ ਵਿੱਚ ਆਉਣਗੇ where q is a some integer। q ਕੋਈ ਵੀ integer ਹੈ। ठीक है, ਜਿਹੜਾ q ਹੈ ਇਹ ਵੀ ਕੋਈ ਇੱਕ integer ਹੈ। ਹੁਣ ਆਪਾਂ ਦੇਖਦੇ ਹਾਂ ਆਪਾਂ ਆਪਣੇ ਕੋਲ ਸਪੋਜ਼ ਕਰਦੇ ਹਾਂ ਸੋਲੂਸ਼ਨ ਦੇ ਵਿੱਚ let a be any positive integer। ਹੁਣ ਇੱਥੇ a ਕੀ ਹੈ ਕੀ ਲੈਂਦੇ ਹੁੰਦੇ ਆਪਾਂ ਐਲਗੋਰਿਥਮ ਦੇ ਅਕੋਰਡਿੰਗ a ਕੀ ਹੁੰਦਾ ਸਾਡਾ ਡਿਵੀਡੈਂਡ ਐਂਡ q ਕੀ ਸੌਰੀ ਤੇ b ਕੀ ਆ ਜਾਊਗਾ ਫਿਰ ਸਾਡਾ ਕਿਹਦੇ ਨਾਲ ਡਿਵਾਈਡ ਹੋ ਰਿਹਾ ਇੱਥੇ 6 ਨਾਲ ਤਾਂ b ਸਾਡੀ ਕੀ ਆ ਜਾਊਗੀ 6 by Euclid algorithm। Euclid algorithm ਦੇ ਅਕੋਰਡਿੰਗ ਸਾਡਾ ਫਾਰਮੂਲਾ ਕੀ ਹੁੰਦਾ a is equal to bq plus r। ਇਹ ਕੀ ਹੁੰਦਾ ਹੁਣ ਇੱਥੇ ਸਾਡੇ ਕੋਲੇ b ਕਿੰਨੀ ਆ ਗਈ 6 ਆ ਗਈ a ਤੇ r ਸਾਨੂੰ ਨਹੀਂ ਪਤਾ। ਠੀਕ ਹੈ ਜੀ, ਹੁਣ
6 ਦਿੱਤਾ ਹੋਇਆ ਤਾਂ ਸਾਡੇ ਕੋਲ ਜਿਹੜੀਆਂ r ਦੀਆਂ ਪੋਸੀਬਲਸ ਵੈਲਿਊ ਹੋਣਗੀਆਂ ਪੋਸੀਬਲ ਵੈਲਿਊ ਆਫ r ਦੀਆਂ ਪੋਸੀਬਲ ਵੈਲਿਊਜ਼ ਕਿਹੜੀਆਂ ਹੋਣਗੀਆਂ r ਕਦੇ ਵੀ b ਨਾਲੋਂ ਗ੍ਰੇਟਰ ਨਹੀਂ ਹੁੰਦਾ ਮੀਨਸ ਕਿਹਦੇ ਵਿੱਚ ਲਾਈ ਕਰੂਗਾ 0 0 ਹੋ ਸਕਦਾ ਹੈ r ਲੈਸ ਦੈਨ ਇਕੁਅਲ ਟੂ ਕੀ ਤੋਂ ਹੋਗਾ b ਤੋਂ ਮੀਨਸ ਕੀ ਹੈ b ਤੋਂ ਹਮੇਸ਼ਾ ਕੀ ਹੋਗਾ ਛੋਟਾ ਹੋਗਾ ਜਦੋਂ ਅਸੀਂ ਡਿਵਾਈਡ ਕਰਦੇ ਹਾਂ ਇਹਨਾਂ ਨੂੰ ਕੀ ਹੁੰਦਾ ਹੈ ਆਪਣਾ a b r q ਤੇ r ਤੁਸੀਂ ਕਦੇ ਦੇਖਿਆ ਵੀ ਤੁਹਾਡਾ ਰਿਮਾਈਂਡਰ ਕਦੇ ਵੀ ਜਿਹੜਾ ਤੁਹਾਡਾ ਹੋਊਗਾ ਡਿਵਾਈਜ਼ਰ ਉਹਦੇ ਨਾਲੋਂ ਜ਼ਿਆਦਾ ਆਇਆ ਹੋ ਨਹੀਂ ਆਇਆ ਨਾ ਕਦੇ ਇਸ ਲਈ ਕਦੇ ਵੀ ਜਿਹੜਾ ਹੋਊਗਾ ਰਿਮਾਈਂਡਰ ਹੋਊਗਾ r ਦੀ ਵੈਲਿਊ ਹੋਗੀ ਉਹ b ਨਾਲੋਂ ਕਦੇ ਵੀ ਗ੍ਰੇਟਰ ਨਹੀਂ ਆਊਗੀ b ਨਾਲੋਂ ਹਮੇਸ਼ਾ ਕੀ ਹੋਗੀ ਉਹ ਛੋਟੀ ਹੋਗੀ ਤਾਂ ਸਾਡੇ ਕੋਲੇ r ਦੀਆਂ ਜਿਹੜੀਆਂ ਪੋਸੀਬਲ ਵੈਲਿਊਜ਼ ਆ ਗਈਆਂ ਉਹ ਕਿਹੜੀਆਂ ਆ ਗਈਆਂ 0 1 2 3 4 ਐਂਡ 5 6 ਨਹੀਂ ਲੈ ਸਕਦੇ ਠੀਕ ਹੈ ਜੀ ਹੁਣ ਜਿਹੜੀਆਂ ਸਾਡੀਆਂ ਪੋਸੀਬਲ ਵੈਲਿਊਜ਼ ਨੇ ਆਪਾਂ ਉਹ ਆਪਣੇ ਇਸ ਐਲਗੋਰਿਥਮ ਦੇ ਵਿੱਚ ਫਿਲ ਕਰਾਂਗੇ ਠੀਕ ਹੈ a ਪਹਿਲਾਂ ਆਪਾਂ ਪੁੱਟ ਕਰਦੇ ਹਾਂ r 0 ਠੀਕ ਹੈ ਜੀ r 0 ਪੁੱਟ ਕਰਾਂਗੇ ਜਦੋਂ a b ਦੀ ਵੈਲਿਊ 6 q plus r ਦੀ ਜਗ੍ਹਾ ਤੇ ਕੀ ਆ ਜਾਊਗਾ 0 ਮੀਨਸ ਕੀ ਆ ਗਿਆ 6 q ਆਪਾਂ ਨੇ ਕੀ ਬਣਾਉਣਾ ਇਹਨੂੰ ਇਹ ਵਾਲੇ ਬਣਾਉਣੇ ਆ ਫੈਕਟਰ ਹੁਣ ਦੇਖੋ 6 q ਹੁਣ ਜੇ q ਦੀ ਜਗ੍ਹਾ ਤੇ ਆਪਾਂ ਇੱਥੇ 1 ਪੁੱਟ ਕਰ ਦਈਏ 6 ਬਣ ਜਾਊਗਾ q ਦੀ ਜਗ੍ਹਾ ਤੇ 2 ਪੁੱਟ ਕਰਾਂਗੇ 12 ਬਣ ਜਾਊਗਾ q ਦੀ ਜਗ੍ਹਾ ਤੇ 3 ਪੁੱਟ ਕਰਾਂਗੇ ਜੇ ਕੋਈ ਵੀ ਇੰਟੀਜ਼ਰ ਲਵਾਂਗੇ ਤਾਂ ਇਹ ਸਾਡਾ ਨੰਬਰ ਕੀ ਆਊਗਾ ਹਮੇਸ਼ਾ ਈਵਨ ਆਊਗਾ ਅਸੀਂ ਕਿਹੜੇ ਨੰਬਰ ਸ਼ੋ ਕਰਨੇ ਆ ਔਡ ਨੰਬਰ ਠੀਕ ਹੈ ਜੀ ਹੁਣ ਇਸ ਵਾਰ ਅਸੀਂ ਆਪਾਂ r ਦੀ ਵੈਲਿਊ ਲਵਾਂਗੇ ਜਿਹੜੀ ਉਹ ਕੀ ਲਵਾਂਗੇ 2 ਸੌਰੀ 1 ਹੁਣ r ਦੀ ਜਗ੍ਹਾ ਤੇ ਜਦੋਂ 1 ਕਰਾਂਗੇ a 6q plus ਇੱਥੇ ਕੀ ਆ ਜਾਊਗਾ 1 ਹੁਣ ਦੇਖੋ ਤੁਸੀਂ ਇੱਥੇ q ਦਾ ਕੋਈ ਵੀ ਪੋਜ਼ਿਟਿਵ ਇੰਟੀਜ਼ਰ ਪੁੱਟ ਕਰਕੇ ਦੇਖ ਲਓ 1 ਪੁੱਟ ਕਰੋਗੇ 6 6 plus 1 7 ਔਡ ਆ ਗਿਆ ਇਸ ਤੋਂ ਬਾਅਦ ਇੱਥੇ ਤੁਸੀਂ 2 ਪੁੱਟ ਕਰੋਗੇ 6 multiply 2 12 12 ਦੇ ਵਿੱਚ 1 ਪਲੱਸ ਕਰੋਗੇ 13 ਉਹ ਵੀ ਔਡ ਹੋ ਗਿਆ ਇਟ ਮੀਨਸ ਇਹ ਸਾਡਾ ਕਿਹੜਾ ਨੰਬਰ ਹੈਗਾ ਔਡ ਨੰਬਰ ਠੀਕ ਹੈ ਜੀ ਹੁਣ ਇਸੇ ਤਰ੍ਹਾਂ ਹੀ ਆਪਾਂ r ਦੀ ਵੈਲਿਊ ਜੇ 2 ਪੁੱਟ ਕਰ ਲਈਏ ਤਾਂ ਕੀ ਆ ਜਾਊਗਾ a 6q plus 2 ਆਪਾਂ ਈਵਨ ਨੰਬਰ ਐਡ ਕਰਾਂਗੇ ਤਾਂ ਈਵਨ ਹੋਊਗਾ ਮੀਨਸ ਇਹ ਵੀ ਕੀ ਹੋ ਗਿਆ ਸਾਡਾ ਈਵਨ ਇਸ ਤੋਂ ਬਾਅਦ ਅਸੀਂ ਚੈੱਕ ਕਰਦੇ ਹਾਂ ਸਾਡਾ r ਦੀ ਵੈਲਿਊ 3 r ਦੀ ਜਗ੍ਹਾ ਤੇ ਅਸੀਂ 3 ਪੁੱਟ ਕਰਦੇ ਹਾਂ ਤਾਂ ਕੀ ਆਊਗਾ a 6q plus 3 ਇਹ ਕੀ ਹੋ ਗਿਆ ਔਡ ਨੰਬਰ ਠੀਕ ਹੈ ਜੀ ਇਸ ਤੋਂ ਬਾਅਦ r ਦੀ ਜਗ੍ਹਾ ਤੇ ਅਸੀਂ 4 ਪੁੱਟ ਕੀਤਾ ਜਿਹੜੇ ਵੀ ਈਵਨ ਹੋਣਗੇ ਉਹਨਾਂ ਦਾ ਜਿਹੜਾ ਆਨਸਰ ਆਊਗਾ ਉਹ ਈਵਨ ਨੰਬਰ ਹੀ ਆਊਗਾ ਇੱਥੇ ਅਸੀਂ 4 ਪੁੱਟ ਕਰਾਂਗੇ ਇਹ ਸਾਡਾ ਕੀ ਬਣ ਜੂ ਈਵਨ ਨੰਬਰ ਇਸ ਤੋਂ ਬਾਅਦ r ਦੀ ਜਗ੍ਹਾ ਤੇ ਅਸੀਂ ਪੁੱਟ ਕਰਦੇ ਹਾਂ 5 ਤਾਂ ਕੀ ਆ ਜਾਊਗਾ a 6q plus 5 ਇਹ ਕੀ ਹੋ ਗਿਆ ਔਡ ਨੰਬਰ ਠੀਕ ਹੈ ਜੀ ਇਹ ਸ਼ੋ ਕਰਨਾ ਸੀ ਆਪਾਂ ਤਾਂ ਸਾਡੇ ਕੋਲ ਕੀ ਹੋ ਗਈ ਕਿਹੜੇ ਇੰਟੀਜ਼ਰ ਹੋ ਗਏ 6 ਜਿਹੜਾ ਹੈਗਾ q plus 1 and 6q plus 3 6q plus 5 are positive integers ठीक है जी यही अपने शो करना सीगा ਹੁਣ ਆਪਾਂ ਆਪਣਾ ਨੈਕਸਟ ਕੁਐਸਚਨ ਦੇਖਦੇ ਹਾਂ ਹਾਂਜੀ ਸਟੂਡੈਂਟ ਅੱਗੇ ਆਪਣਾ ਥਰਡ ਕੁਐਸਚਨ ਹੈ ਥਰਡ ਕੁਐਸਚਨ ਦੇ ਵਿੱਚ ਕੀ ਕਿਹਾ ਦੇਖੋ ਆਪਾਂ ਨੂੰ an army contingent of 616 members is to march behind an army band of 32 members in a parade ਆਪਾਂ ਨੂੰ ਕੀ ਕਿਹਾ ਹੈਗਾ ਵੀ 616 ਮੈਂਬਰਸ ਦਾ ਇੱਕ ਕੰਟੀਨੈਂਟ ਹੈਗਾ ਠੀਕ ਹੈ ਗਰੁੱਪ ਹੈ ਆਰਮੀ ਬੈਂਡ ਜਿਹੜੇ ਆਰਮੀ ਵਾਲੇ ਹੁੰਦੇ ਉਹਨਾਂ ਨੇ ਕੀ ਕਰਨਾ ਹੈਗਾ ਇੱਕ ਆਰਮੀ ਬੈਂਡ ਹੁੰਦਾ ਜਿਹੜਾ ਉਹਦੇ ਵਿੱਚ 32 ਮੈਂਬਰ ਨੇ ਉਹਨਾਂ ਦੇ ਪਿੱਛੇ ਪਰੇਡ ਕਰਨਾ ਠੀਕ ਹੈ ਜੀ ਕਿਨੇ 616 ਮੈਂਬਰਸ ਨੇ the two groups are to march in the same number of columns ਇਹਨਾਂ ਨੇ ਕੀ ਕਰਨਾ ਜਿਹੜੇ ਉਹਨਾਂ ਦੇ ਕਾਲਮ ਬਣੇ ਹੋਏ ਨੇ ਉਹਨਾਂ ਦੇ ਵਿੱਚ ਹਰੇਕ ਕਾਲਮ ਦੇ ਵਿੱਚ ਸੇਮ ਜਿਹੜੇ ਹੈਗੇ ਨੇ ਮੈਂਬਰਸ ਨੇਗੇ what is the maximum number of column in which they can march ਆਪਾਂ ਨੇ ਕੀ ਫਾਈਂਡ ਆਊਟ ਕਰਨਾ ਹੈ ਵੀ ਕਿੰਨੇ ਕਾਲਮ ਬਣਨਗੇ ਜਿਹਦੇ ਵਿੱਚ ਇਹ ਜਿਹੜੇ ਹੈਗੇ ਆ ਮੈਂਬਰ ਮਾਰਚ ਪਾਸ ਕਰਨਗੇ ਪਰੇਡ ਕਰਨਗੇ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਇਹ ਫਾਈਂਡ ਆਊਟ ਕਰਨ ਲਈ ਮੈਕਸਿਮਮ ਨੰਬਰ ਆਫ ਫਾਈਂਡ ਆਊਟ ਕਰਨ ਲਈ ਆਪਾਂ ਇਹਨਾਂ ਦੋਨੋਂ ਨੰਬਰਸ ਦਾ ਜਿਹੜੇ ਦਿੱਤੇ ਹੋਏ ਨੇ ਉਹਨਾਂ ਦਾ ਕੀ ਫਾਈਂਡ ਆਊਟ ਕਰਾਂਗੇ HCF ਠੀਕ ਹੈ ਜੀ ਆਪਾਂ ਆਪਣਾ ਸੋਲੂਸ਼ਨ ਦੇਖਦੇ ਹਾਂ ਕੀ ਫਾਈਂਡ ਆਊਟ ਕਰਨਾ ਆਪਾਂ ਨੇ HCF ਆਫ ਕਿਹਦਾ 616 and 332
हाँ जी साडा रूल की सीगा सब तो पहला असीं की चेक करना भी इन्हां दोनों नंबर्स दे विचों किहड़ा नंबर ग्रेटर है 660 ग्रेटर दैन 32 मीनस की हो गया साडा A ग्रेटर किहदे नाल हो गया B नाल ठीक है जी। हुण असीं इहनूं डिवाइड करांगे देखो 616 डिवाइड 32 ते करांगे डिवाइड पहला 1 ते गया 32 माइनस करांगे कितना होगा अपना 32 दे 11 दे विचों 2 माइनस करांगे 9 इत्थे रह गया अपना 5 दे विचों 3 माइनस करांगे कितना गया 2 फिर आप लवांगे 6 तो देखो किन्ने ते जाऊगा ये 32 नु जे ਅਸੀਂ 9 ਤੇ ਮਲਟੀਪਲਾਈ ਕਰਕੇ ਲਿਖੀ 18 कैरी कितना आ गया 27 ਤੇ 28 मींस किन्ने ते गया ये 9 ਤੇ कितना आ गया 288 288 ਨੂੰ ਆਪਾਂ 996 ਚੋਂ ਮਾਈਨਸ ਕਰਾਂਗੇ 16 ਇੱਥੇ ਰਹਿ ਗਿਆ ਆਪਣਾ 8 ਮਾਈਨਸ ਕਰਾਂਗੇ 16 ਚੋਂ 8 ਆ ਗਿਆ। ਇਸ ਤੋਂ ਬਾਅਦ ਹੁਣ 8 ਰਿਮਾਈਂਡਰ ਬਚਿਆ ਤਾਂ ਸਾਡਾ ਜਿਹੜਾ ਹੋਊਗਾ डिविडेंड ਉਹ ਕੀ ਬਣ ਜਾਊਗਾ ਹੁਣ 32 ਤੇ ਜਿਹੜਾ ਹੈਗਾ ਡਿਵਾਈਜ਼ਰ ਉਹ ਕੀ ਹੋ ਗਿਆ 8 ਹੁਣ 8 4 ਜਾ 32 मीन साडा रिमाइंडर की आ गया 0 ਹੁਣ ਦੇਖੋ ਨਾ ਆਪਾਂ ਕਿਵੇਂ ਲਿਖਾਂਗੇ 616 इज इक्वल टू की कीता सी ਆਪਾਂ 32 ਨੂੰ 19 ਨਾਲ ਮਲਟੀਪਲਾਈ 32 ਮਲਟੀਪਲਾਈ 19 मींस की हो गया डिवाइजर मल्टीप्लाई कोशेंट प्लस रिमाइंडर कितना साडा 229 रिमाइंडर आया सी ना उस तो बाद सॉरी रिमाइंडर कितना आया साडा 8 आया सी रिमाइंडर। इस तो बाद हुण आपां की कीता 200 इस बार आपां 32 सॉल्व कीता 32 ਨੂੰ ਸੋਲਵ ਕਰ ਲਈ ਅਸੀਂ ਕੀ ਕੀਤਾ 8 ਨੂੰ 4 ਨਾਲ ਮਲਟੀਪਲਾਈ ਪਲੱਸ ਰਿਮਾਈਂਡਰ ਕਿੰਨਾ ਆ ਗਿਆ ਸੀ ਸਾਡਾ 0 ਤਾਂ ਫਿਰ ਸਾਡਾ ਜਿਹੜਾ HCF ਆ ਗਿਆ ਮੈਕਸਿਮਮ ਨੰਬਰ ਆਫ ਕਾਲਮਸ ਕਿੰਨੇ ਹੋਣਗੇ HCF ਦਾ ਆਨਸਰ ਕੀ ਆ ਗਿਆ ਸਾਡਾ ਕਿੰਨੇ ਨਾਲ ਪੂਰਾ ਡਿਵਾਈਡ ਹੋਇਆ 8 ਨਾਲ ਤਾਂ ਮੈਕਸਿਮਮ ਨੰਬਰ ਆਫ ਕਾਲਮ ਕੀ ਆ ਗਏ ਨੰਬਰ ਆਫ ਕਾਲਮਸ ਕੀ ਆ ਜਾਣਗੇ 8 ਇਹ ਸਾਡਾ ਆਨਸਰ ਠੀਕ ਹੈ ਜੀ। ਹੁਣ ਅਸੀਂ ਆਪਣਾ ਨੈਕਸਟ ਕੁਐਸਚਨ ਦੇਖਦੇ ਹਾਂ। ਹਾਂਜੀ ਸਟੂਡੈਂਟਸ ਅੱਗੇ ਆਪਣੇ ਕੋਲੇ 4th ਕੁਐਸਚਨ ਹੈ 4th ਕੁਐਸਚਨ ਦੇ ਵਿੱਚ ਤਰੀਕਾ ਦੇਖਦੇ ਹਾਂ use Euclid's divisor lemma to show that the square of any positive integer is either of the form 3m or 3m plus 1 for same integer m integer ਕੀ ਹੈ same ਆਪਾਂ ਨੂੰ ਕੀ ਕਿਹਾ ਅਸੀਂ Euclid divisor lemma ਦੀ ਹੈਲਪ ਨਾਲ ਕੀ ਸ਼ੋ ਕਰਨਾ ਹੈ ਵੀ ਜਿਹੜੇ ਦੋ ਪੋਜ਼ਿਟਿਵ ਇੰਟੀਜਰ ਨੇ ਕੋਈ ਵੀ ਇੰਟੀਜਰ ਨੇ ਸਾਡੇ ਕੋਲੇ ਦੋ ਪੋਜ਼ਿਟਿਵ ਉਹਨਾਂ ਦਾ ਅਸੀਂ ਕੀ ਕਰਨਾ ਜਿਹੜਾ ਸਕੁਅਰ ਹੋਊਗਾ ਉਹਨਾਂ ਦਾ ਸਕੁਅਰ ਕੀ ਹੋਊਗਾ इस फॉर्म च होगा 3m और 3m plus 1 उन्ना नंबर्स का ਜਿਹੜਾ ਸਕੁਅਰ ਹੋਊਗਾ ਉਹ ਕਿਹੜੀ ਫਾਰਮ ਦੇ ਵਿੱਚ ਹੋਊਗਾ 3m और 3m plus 1। ਹੁਣ ਦੇਖੋ ਇਹਦੇ ਲਈ ਅਸੀਂ ਕੀ ਕਰਾਂਗੇ ਸਭ ਤੋਂ ਪਹਿਲਾਂ ਇੱਕ ਇੰਟੀਜਰ ਨੂੰ ਲੈਟ ਕਰ ਲਾਂਗੇ ਵੀ ਜਿਹੜਾ a ਆ ਉਹ b ਐਨੀ ਪੋਜ਼ਿਟਿਵ ਇੰਟੀਜਰ ਹੈ a ਸਾਡੇ ਕੋਲ ਕੀ ਹੈਗਾ ਇੱਕ ਪੋਜ਼ਿਟਿਵ ਇੰਟੀਜਰ ਹੈ ਤਾਂ b ਕੀ ਆਊਗਾ ਸਾਡਾ ਕਿੰਨਾ ਮਲਟੀਪਲਾਈ ਹੋ ਰਹੀ ਹੈ 3 ਨਾਲ ਤਾਂ b ਕੀ ਆ ਜਾਊਗਾ 3। ਹੁਣ ਦੇਖੋ ਸਾਡੇ ਕੋਲ ਜਿਹੜੇ ਡਿਵੀਜ਼ਨ ਐਲਗੋਰਿਥਮ ਹੁੰਦਾਗਾ y Euclid algorithm ਇਹਦੇ ਅਕੋਰਡਿੰਗ ਫਾਰਮੂਲਾ ਕੀ ਹੁੰਦਾ ਸਾਡਾ a = bq + r a ਕੀ ਹੁੰਦਾ ਸਾਡਾ ਡਿਵੀਡੈਂਡ ਡਿਵੀਜ਼ਰ ਇਨਟੂ ਕੋਸ਼ੈਂਟ ਪਲੱਸ ਰਿਮਾਈਂਡਰ ਇਹੀ ਹੁੰਦਾ ਨੇ। ਹੁਣ ਇਸ ਤੋਂ ਬਾਅਦ ਸਾਡੇ ਕੋਲੇ ਜਿਹੜੀਆਂ ਪੋਸੀਬਲ ਵੈਲਿਊਜ਼ ਆਉਣਗੀਆਂ ਪੋਸੀਬਲ ਵੈਲਿਊਜ਼ ਆਫ r ਦੀਆਂ ਪੋਸੀਬਲ ਵੈਲਿਊਜ਼ ਤੁਹਾਨੂੰ ਪਿਛਲੇ ਆਪਾਂ ਸੈਕੰਡ ਕੁਐਸਚਨ ਦੇ ਵਿੱਚ ਵੀ ਗੱਲ ਕਰੀ ਸੀ ਸੇਮ ਉਵੇਂ ਹੀ ਹੈ ਵੀ 0 ਤਾਂ ਹੋ ਸਕਦਾ ਹੈ r ਬਟ ਕਿਹਦੇ ਨਾਲੋਂ ਛੋਟਾ ਹੁੰਦਾ ਹੈ ਹਮੇਸ਼ਾ 0 ਲੈਸ ਦੈਨ ਕਿਹਦੇ ਹੋਊਗਾ ਇਹ b ਤੋਂ ਹੁੰਦਾ ਕੀ ਹੈ ਹਮੇਸ਼ਾ ਜਿਹੜਾ ਆਪਣਾ r ਹੁੰਦਾ ਰਿਮਾਈਂਡਰ ਹੁੰਦਾ ਉਹ ਹਮੇਸ਼ਾ b ਤੋਂ ਛੋਟਾ ਹੁੰਦਾ ਤਾਂ ਜਿਹੜੀਆਂ r ਦੀਆਂ ਪੋਸੀਬਲ ਵੈਲਿਊਜ਼ ਆ ਗਈਆਂ ਠੀਕ ਹੈ 0 1 ਤੇ 2 ਨਹੀਂ ਜੇ ਅਸੀਂ 3 ਨਹੀਂ ਲੈ ਸਕਦੇ ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਜਿਹੜੀ ਸਾਡੀ ਇਕੁਏਸ਼ਨ ਹੈ ਇਹਦੇ ਵਿੱਚ ਕੀ ਪੁੱਟ ਕਰਾਂਗੇ r ਦੀ ਵੈਲਿਊ r = 0 a = b कितना अपने कोले 3q प्लस r ਦੀ ਜਗ੍ਹਾ ਤੇ ਕੀ ਆ ਜਾਊਗਾ 0। ਹੁਣ ਅਸੀਂ ਇਹਦੇ ਦੋਨੋਂ ਸਾਈਡਸ ਦੇ ਉੱਪਰ ਸਕੁਅਰ ਕਰਾਂਗੇ ਸਕੁਅਰਿੰਗ ਔਨ ਬੋਥ ਸਾਈਡ ਕਿਉਂਕਿ ਆਪਾਂ ਨੂੰ ਕੁਐਸਚਨ ਦੇ ਵਿੱਚ ਸਕੁਅਰ ਕਰਨ ਲਈ ਕਿਹਾ ਹੋਇਆ ਨਾ ਪੋਜ਼ਿਟਿਵ ਇੰਟੀਜਰ ਦਾ ਅਸੀਂ ਸਕੁਅਰ ਕਰਾਂਗੇ ਇਹਦਾ ਸਕੁਅਰ = 3q ਦਾ ਸਕੁਅਰ। ਦੇਖੋ a ਦਾ ਸਕੁਅਰ ਕੀ ਆ ਗਿਆ ਸਾਡੇ ਕੋਲੇ ये स्क्वायर आ जाएगा 3 का स्क्वायर करेंगे कितना आ जाएगा ये 9q स्क्वायर। ਆਪਾਂ ਇਹਨੂੰ ਕਿਹੜੀ ਫਾਰਮ ਚ ਬਣਾਉਣਾ ਹੈ
3m, m ਕੀ ਹੈ, ਕੋਈ ਵੀ ਪੋਜ਼ਿਟਿਵ ਇੰਟੀਜ਼ਰ ਹੈ, ਤਾਂ ਆਪਾਂ ਕੀ ਲਿਖਾਂਗੇ ਇਹਨੂੰ a ਸਕੁਅਰ ਇਜ਼ ਇਕੁਅਲ ਟੂ 3 q ਸਕੁਅਰ ਲਿਖ ਸਕਦੇ ਹਾਂ। ਠੀਕ ਹੈ ਜੀ, ਬਣੂਗਾ ਤਾਂ ਉਹੀ ਮਲਟੀਪਲਾਈ ਕਰਕੇ 9q ਸਕੁਅਰ। ਹੁਣ ਇਹਨੂੰ ਆਪਾਂ ਜੇ q ਸਕੁਅਰ ਦੀ ਜਗ੍ਹਾ ਤੇ ਆਪਾਂ ਆਪਣੇ ਕੋਲੋਂ ਕੀ ਪੁੱਟ ਕਰ ਲਈਏ 3m k1 ਪੁੱਟ ਕਰ ਲਈਏ। ठीक है, k1 की भी साडा कोई एनी पॉजिटिव इंटीजर है, ਆਪਾਂ ਕੀ ਦੀ 3q ਦੀ ਸਕੁਅਰ ਦੀ ਜਗ੍ਹਾ ਤੇ ਕੀ ਪੁੱਟ ਕਰ ਲਿਆ ਆਪਾਂ k1 ਅੱਗੇ ਜਾ ਕੇ ਦੱਸਦੇ ਹਾਂ ਇਹਦੇ ਬਾਰੇ। ਇਸ ਤੋਂ ਬਾਅਦ ਆਪਾਂ r ਦੀ ਵੈਲਿਊ 1 ਪੁੱਟ ਕਰੀਏ ਜੀ, r ਦੀ ਵੈਲਿਊ 1 ਪੁੱਟ ਕਰਾਂਗੇ। ਇਸ ਤੋਂ ਬਾਅਦ ਕਿੰਨਾ ਆਊਗਾ ਆਪਣੇ ਕੋਲ a ਇਜ਼ ਇਕੁਅਲ ਟੂ 3q plus 1 ਸਕੁਅਰਿੰਗ ਕਰਾਂਗੇ, ਕੀ ਆ ਜਾਊਗਾ ਆਨਸਰ ਸਾਡਾ a ਦਾ ਸਕੁਅਰ। ਹੁਣ ਇੱਥੇ ਸਕੁਅਰਿੰਗ ਕਰਾਂਗੇ, ਆਪਣੇ ਕੋਲ ਇੱਕ ਫਾਰਮੂਲਾ ਹੁੰਦਾ a plus b ਦਾ ਸਕੁਅਰ, ਕੀ ਹੁੰਦਾ ਉਹ a ਸਕੁਅਰ ਪਲੱਸ 2ab ਪਲੱਸ b ਸਕੁਅਰ। ਉਹ ਵਾਲਾ ਫਾਰਮੂਲਾ ਹੀ ਆਪਾਂ ਇਹਦੇ ਤੇ ਅਪਲਾਈ ਕਰਾਂਗੇ। ਦੇਖੋ a ਦਾ ਸਕੁਅਰ ਕੀ ਬਣ ਜਾਊਗਾ, a ਆਪਣੇ ਕੋਲ 3q ਹੋ ਗਈ, b ਹੋ ਗਿਆ 1। ਠੀਕ ਹੈ ਜੀ, ਫਾਰਮੂਲਾ ਅਪਲਾਈ ਕਰਾਂਗੇ 3q ਦਾ ਸਕੁਅਰ ਕਰਾਂਗੇ, ਆਪਣਾ ਕੋਲ ਕਿੰਨਾ ਆ ਜਾਊਗਾ 9q ਸਕੁਅਰ ਪਲੱਸ ਫਿਰ 2ab ਹੁੰਦਾ 2 ਮਲਟੀਪਲਾਈ 3q ਮਲਟੀਪਲਾਈ 1, ਤਿੰਨਾਂ ਨੂੰ ਮਲਟੀਪਲਾਈ ਕਰਾਂਗੇ ਕਿੰਨਾ ਆ ਜਾਊਗਾ ਆਪਣੇ ਕੋਲੇ 6q ਪਲੱਸ 1 ਦਾ ਸਕੁਅਰ 1 ਆ ਗਿਆ। देखो ਹੁਣ ਇਹਨੂੰ ਵੀ ਆਪਾਂ ਨੇ ਇਹ ਵਾਲੀ ਫਾਰਮ ਦੇ ਵਿੱਚ ਬਣਾਉਣਾ, ਤਾਂ ਆਨਸਰ ਕੀ ਆਊਗਾ ਦੇਖੋ a ਸਕੁਅਰ, ਇਹਨਾਂ ਦੋਨਾਂ ਦੇ ਵਿੱਚ ਜੇ ਅਸੀਂ 3 ਕਾਮਨ ਲੈ ਗਏ, 3 ਕਾਮਨ ਲਈ ਪਿੱਛੇ ਕਿੰਨਾ ਰਹਿ ਗਿਆ 3q ਸਕੁਅਰ ਪਲੱਸ 2q ਪਲੱਸ 1। ਹੁਣ ਇੰਨੇ ਦੀ ਜਗ੍ਹਾ ਤੇ ਜੇ ਮੈਂ m2 ਪੁੱਟ ਕਰਾਂ ਪਲੱਸ 1 ਇਹ ਹੈ। ਠੀਕ ਹੈ ਜੀ, ਹੁਣ m1 m2 ਵੀ ਕੀ ਨੇਗੇ, ਕੋਈ ਵੀ ਪੋਜ਼ਿਟਿਵ ਇੰਟੀਜ਼ਰ ਨੇ। ਠੀਕ ਹੈ, m1 and m2 any sum integer, ਤਾਂ ਮੈਂ ਕੀ ਲਿਖ ਸਕਦੀ ਹਾਂ ਇਹਦੀ ਜਗ੍ਹਾ ਤੇ 3m, m1 ਦੀ ਜਗ੍ਹਾ ਤੇ m ਪਾ ਸਕਦੇ ਹਾਂ ਕਿਉਂਕਿ m ਵੀ ਕੋਈ ਇੰਟੀਜ਼ਰ ਹੈ ਤੇ ਇਹ ਵੀ ਦੋਨੋਂ ਕੋਈ ਕੀ ਨੇ, ਜਿਹੜੇ ਕੋਈ ਵੀ ਦੋ ਪੋਜ਼ਿਟਿਵ ਇੰਟੀਜ਼ਰ ਨੇ। ਤੇ ਇੱਥੇ ਕੀ ਆ ਜਾਊਗਾ 3m plus 1। ਜਿਹੜਾ ਆਪਾਂ ਸ਼ੋ ਕਰਨਾ ਸੀ ਵੀ ਇਹਨਾਂ ਪੋਜ਼ਿਟਿਵ ਇੰਟੀਜ਼ਰ ਦਾ ਸਕੁਅਰ ਕਰਾਂਗੇ ਉਹ ਕੋਈ ਵੀ, ਤਾਂ ਉਹ ਕਿਹੜੀ ਫਾਰਮ ਦੇ ਵਿੱਚ ਹੋਊਗਾ 3m plus 1, ਅਸੀਂ m ਲਿਖ ਸਕਦੇ ਹਾਂ। ਇਸ ਤੋਂ ਬਾਅਦ ਹੈਗਾ ਸਾਡਾ 5th ਕੁਐਸਚਨ। 5th ਕੁਐਸਚਨ ਦੇ ਵਿੱਚ ਤੁਸੀਂ ਕੀ ਕਰਨਾ ਹੈ, ਬਾਕੀ ਸਾਰਾ ਸੇਮ ਹੀ ਹੈ, ਆਪਾਂ ਨੇ ਸਕੁਅਰ ਦੀ ਜਗ੍ਹਾ ਤੇ ਕੀ ਕਰਨਾ ਤੁਸੀਂ ਨੇ ਕਿਊਬ ਕਰਨਾ। ਤੁਸੀਂ ਖੁਦ ਸੋਲਵ ਕਰਕੇ ਦੇਖਿਓ। ਇਸੇ ਆਪਣੀ ਐਕਸਰਸਾਈਜ਼ ਸਾਰੀ ਕੰਪਲੀਟ ਹੋ ਗਈ। ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਧੰਨਵਾਦ।